ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ। ਮੇਰੀ ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਆਪਾਂ ਪੰਜਾਬ ਦੇ ਦਾਗੀ, ਟੈਂਟਡ ਤੇ ਡਰਟੀ ਕਾਪਸ ਦੀ ਸੀਰੀਜ਼ ਨੂੰ ਅੱਗੇ ਤੋਰਾਂਗੇ ਤੇ ਅੱਜ ਆਪਾਂ ਗੱਲ ਕਰਨੀ ਹੈ ਪੰਜਾਬ ਦੇ ਬਰਖਾਸਤ ਕੀਤੇ ਜਾ ਚੁੱਕੇ ਅਸਿਸਟੈਂਟ ਇੰਸਪੈਕਟਰ ਜਨਰਲ ਰਾਜਜੀਤ ਸਿੰਘ ਦੇ ਬਾਰੇ। ਉਹੀ ਰਾਜਜੀਤ ਸਿੰਘ ਜਿਸ ਨੂੰ ਇਸ ਸਾਲ ਅਪ੍ਰੈਲ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਬਰਖਾਸਤ ਕੀਤਾ, ਸਰਵਿਸ ਤੋਂ ਡਿਸਮਿਸ ਕੀਤਾ ਗਿਆ ਤੇ ਉਸ ਦੇ ਖਿਲਾਫ ਅਪਰਾਧਿਕ ਮੁਕੱਦਮੇ ਦਰਜ ਕੀਤੇ ਗਏ। ਪੰਜਾਬ ਪੁਲਿਸ ਨੇ ਰਾਜਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ, ਲੇਕਿਨ ਕਾਨੂੰਨੀ ਨੁਕਤਿਆਂ ਦੀ ਕੁੰਡਿਆਂ ਦੀ ਵਰਤੋਂ ਕਰਕੇ ਰਾਜਜੀਤ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਨਹੀਂ ਬਲਕਿ ਪਿਛਲੇ 6 ਸਾਲਾਂ ਤੋਂ ਕਾਨੂੰਨ ਦੇ ਸ਼ਿਕੰਜੇ, ਤਫਤੀਸ਼ੀਆ ਏਜੰਸੀਆਂ ਦੀ ਪੁੱਛ ਪੜਤਾਲ ਤੋਂ ਬਚਦਾ ਆ ਰਿਹਾ ਹੈ। ਆਖਿਰ ਰਾਜਜੀਤ ਸਿੰਘ, ਜਿਸ ਦਾ ਜ਼ਿਕਰ ਪਹਿਲਾਂ ਵੀ ਆਪਾਂ ਕਈ ਰਿਪੋਰਟਾਂ ਤੇ ਇਨਫੈਕਟ 2 ਸਾਲ ਤੋਂ ਮੇਰੇ ਇਸ ਚੈਨਲ ਦੇ ਉੱਤੇ ਮਲਟੀਪਲ ਅਜਿਹੀਆਂ ਰਿਪੋਰਟਸ ਰਹੀਆਂ ਨੇ ਜਿਸ ਵਿੱਚ ਰਾਜਜੀਤ ਸਿੰਘ ਦਾ ਜ਼ਿਕਰ ਆਇਆ ਹੈ। ਕਿਸ ਦੀ ਹੱਲਾਸ਼ੇਰੀ ਤੇ ਕਿਸ ਦੀ ਤਾਕਤ ਦੇ ਕਾਰਨ ਇਹ ਅਫਸਰ ਬਚਣ ਦੇ ਵਿੱਚ ਕਾਮਯਾਬ ਹੁੰਦਾ ਆ ਰਿਹਾ ਹੈ, ਇਸ ਨੂੰ ਵੀ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ, ਜਿਸ ਲਈ ਸਾਨੂੰ ਜੂਨ 2017 ਤੋਂ ਸ਼ੁਰੂਆਤ ਕਰਨੀ ਪਏਗੀ। ਹਾਲਾਂਕਿ ਘਟਨਾਕ੍ਰਮ ਤੇ ਬੈਕਗ੍ਰਾਉਂਡ ਥੋੜੇ ਜਿਹੇ ਹੋਰ ਸਾਲ ਪਿੱਛੇ ਵੀ ਜਾਂਦੀ ਹੈ, ਲੇਕਿਨ ਜੂਨ 2017 ਤੋਂ ਸ਼ੁਰੂਆਤ ਇਸ ਵਾਸਤੇ ਕਰਾਂਗੇ ਕਿਉਂਕਿ ਇਹ ਜਿਹੜਾ ਵਿਵਾਦ ਹੈ ਰਾਜਜੀਤ ਸਿੰਘ ਦੇ ਨਾਲ ਜੁੜਿਆ ਹੋਇਆ ਸੁਰਖੀਆਂ ਦੇ ਵਿੱਚ 2017 ਦੇ ਵਿੱਚ ਆਉਂਦਾ ਹੈ, ਜਦੋਂ ਇੱਕ ਅਜਿਹੇ ਪੁਲਿਸ ਅਫਸਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜੋ ਕਿ ਤਰਨਤਾਰਨ ਦੇ ਇਲਾਕੇ ਦੇ ਵਿੱਚ ਜਾਂ ਹੋਰ ਮਾਝੇ ਦੇ ਇਲਾਕੇ ਦੇ ਵਿੱਚ ਨਸ਼ੇ ਦੇ ਤਸਕਰਾਂ ਨੂੰ ਫੜਦਾ ਵੀ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ। ਉਹਨਾਂ ਤੋਂ ਬਰਾਮਦਗੀਆਂ ਵੀ ਬਹੁਤ ਰਿਕਾਰਡ ਤੋੜ ਲੈਵਲ ਤੇ ਕਰਦਾ ਸੀ, ਲੇਕਿਨ ਬਾਅਦ ਦੇ ਵਿੱਚ ਅਦਾਲਤਾਂ ਦੇ ਵਿੱਚ ਜਾ ਕੇ ਉਹਨਾਂ ਮੁਕੱਦਮਿਆਂ ਨੂੰ ਕਮਜ਼ੋਰ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਸੀ। ਡਰੱਗਸ ਜਿਹੜੀਆਂ ਰਿਕਵਰੀਆਂ ਕੀਤੀਆਂ ਗਈਆਂ ਹੁੰਦੀ ਸਨ, ਉਹਨਾਂ ਦੇ ਸੈਂਪਲ ਫੇਲ ਕਰਵਾਤੇ ਜਾਂਦੇ ਸਨ। ਇਹ ਅਫਸਰ ਸੀ ਹੈੱਡ ਕਾਂਸਟੇਬਲ ਤੋਂ ORP ਰੈਂਕ ਲੈ ਕੇ ਪੁਲਿਸ ਦਾ ASI ਬਣਿਆ ਤੇ ਕਈ ਇਲਾਕਿਆਂ ਦੇ ਵਿੱਚ ਥਾਣਿਆਂ ਦੇ ਵਿੱਚ ਇੰਚਾਰਜ ਲਾਇਆ ਗਿਆ ਜਾਂ ਫਿਰ CIA ਦਾ ਇੰਚਾਰਜ ਲਾਇਆ ਗਿਆ ਇੰਸਪੈਕਟਰ ਇੰਦਰਜੀਤ ਸਿੰਘ। ਸੋ ਇੰਦਰਜੀਤ ਸਿੰਘ ਜੋ ਕਿ ਪਹਿਲਾਂ ਵੀ ਆਪਾਂ ਇਸ ਦੀ ਗੱਲ ਕਰ ਚੁੱਕੇ ਹਾਂ, ਜੂਨ 2017 ਦੇ ਵਿੱਚ ਪੰਜਾਬ ਪੁਲਿਸ ਦੀ ਨਸ਼ਿਆਂ ਦੇ ਖਿਲਾਫ ਬਣੀ ਸਪੈਸ਼ਲ ਟਾਸਕ ਫੋਰਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਉਸ ਤੋਂ ਤਕਰੀਬਨ 8-10 ਕਿਲੋ ਸਮੈਕ ਹੈਰੋਇਨ ਵਗੈਰਾ ਬਰਾਮਦ ਕੀਤੀ ਜਾਂਦੀ ਹੈ, ਹਥਿਆਰ ਬਰਾਮਦ ਕੀਤੇ ਜਾਂਦੇ ਨੇ। ਇਸ ਤੋਂ ਬਾਅਦ ਇਸ ਜਾਂਚ ਦਾ ਜਿਹੜਾ ਦਾਇਰਾ ਹੈ ਉਸ ਨੂੰ ਵਧਾਏ ਜਾਣ ਦੀਆਂ ਕੋਸ਼ਿਸ਼ਾਂ ਸਪੈਸ਼ਲ ਟਾਸਕ ਫੋਰਸ ਕਰਦੀ ਹੈ ਤੇ ਇਸ ਦਾਇਰੇ ਦੇ ਵਿੱਚ ਇੰਦਰਜੀਤ ਸਿੰਘ ਦੇ ਜਿਹੜੇ ਤਾਰ ਹੈਗੇ ਨੇ ਉਹ ਰਾਜਜੀਤ ਸਿੰਘ ਦੇ ਨਾਲ ਜੁੜਦੇ ਤੇ ਸਥਾਪਿਤ ਹੋ ਜਾਂਦੇ ਨੇ, ਜਿਸ ਤੋਂ ਬਾਅਦ ਰਾਜਜੀਤ ਸਿੰਘ ਨੂੰ ਖਰਚਾ ਇਹ ਹੁੰਦਾ ਹੈ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾਏਗਾ। ਇਸ ਤੋਂ ਬਾਅਦ ਰਾਜਜੀਤ ਸਿੰਘ ਨੇ ਰੁਖ ਕੀਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ। ਰਾਜਜੀਤ ਸਿੰਘ ਨੇ ਜਿਹੜਾ ਆਪਣੀ ਯਾਚਿਕਾ ਦੇ ਵਿੱਚ, ਆਪਣੀ ਪਟੀਸ਼ਨ ਦੇ ਵਿੱਚ ਦਾਅਵਾ ਕੀਤਾ ਉਹ ਇਹ ਕੀਤਾ ਕਿ ਉਸ ਨੂੰ ਇਸ ਮਾਮਲੇ ਦੇ ਵਿੱਚ ਇੰਸਪੈਕਟਰ ਇੰਦਰਜੀਤ ਦਾ ਜਿਹੜਾ ਕੇਸ ਸੀ ਨਸ਼ੇ ਦੇ ਤਸਕਰਾਂ ਨੂੰ ਫਾਇਦੇ ਪਹੁੰਚਾਉਣ ਦਾ, ਇਲੀਗਲ ਰਿਕਵਰੀ ਜੋ ਉਸ ਤੋਂ ਕੀਤੀਆਂ ਗਈਆਂ ਸਨ, ਉਸ ਦੇ ਵਿੱਚ ਨਜਾਇਜ਼ ਤੌਰ ਤੇ ਫਸਾਇਆ ਜਾ ਰਿਹਾ ਹੈ। ਇਸ ਕੇਸ ਦਾ ਬਿਲਡਅਪ ਕਰਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰਾਜਜੀਤ ਸਿੰਘ ਜਾਂਦਾ ਹੈ ਤੇ ਉੱਥੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਏ ਜਾਣ ਦੀ ਡਿਮਾਂਡ ਕਰਦਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਐਪਲੀਕੇਸ਼ਨ ਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ ਇੱਕ 3 ਮੈਂਬਰੀ SIT ਬਿਠਾਤੀ ਗਈ, ਜਿਸ ਵਿੱਚ ਪ੍ਰਬੋਧ ਕੁਮਾਰ, ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਤਤਕਾਲੀ ਜਿਹੜੇ DGP ਪੱਧਰ ਦੇ ਅਫਸਰ ਸਨ ਸਿਧਾਰਥ ਚਟੋਪਾਧਿਆਏ, ਇਹ ਤਿੰਨਾਂ ਨੂੰ ਇਸ ਜਾਂਚ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਜਾਂਚ ਟੀਮ ਨੇ ਅਗਲੇ 1 ਸਾਲ ਦੇ ਵਕਫੇ ਦੌਰਾਨ ਮਾਮਲੇ ਦੇ ਅਲੱਗ-ਅਲੱਗ ਪਹਿਲੂਆਂ ਦੇ ਉੱਤੇ ਪੜਤਾਲ ਕੀਤੀ ਤੇ ਅਲੱਗ-ਅਲੱਗ ਸਮਿਆਂ ਦੌਰਾਨ 1-1, 2-2 ਮਹੀਨੇ ਦੇ ਗੈਪ ਉੱਤੇ 3 ਰਿਪੋਰਟਾਂ ਦਾਇਰ ਕੀਤੀਆਂ, ਯਾਨੀ ਕਿ 3 ਰਿਪੋਰਟਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਮਾਣਯੋਗ ਬੈਂਚ ਦੇ ਸਾਹਮਣੇ ਸਬਮਿਟ ਕੀਤੀਆਂ। ਇੱਕ ਚੌਥੀ ਰਿਪੋਰਟ ਵੀ ਸਬਮਿਟ ਕੀਤੀ ਗਈ, ਲੇਕਿਨ ਇਸ ਰਿਪੋਰਟ ਦੇ ਵਿੱਚ ਸਹਿਮਤੀ 2 ਅਫਸਰਾਂ ਦੀ ਨਹੀਂ ਸੀ ਤੇ ਇੱਕ ਅਫਸਰ ਯਾਨੀ ਸਿਧਾਰਥ ਚਟੋਪਾਧਿਆਏ ਨੇ ਇੱਕ ਸੀਲਬੰਦ ਲਿਫਾਫੇ ਦੇ ਵਿੱਚ, ਜਿਵੇਂ ਪਹਿਲੀਆਂ 3 ਰਿਪੋਰਟਾਂ ਦਾਇਰ ਕੀਤੀਆਂ ਗਈਆਂ ਸਨ ਉਵੇਂ ਹੀ ਇਹ ਚੌਥੀ ਰਿਪੋਰਟ ਨੂੰ ਵੀ ਹਾਈ ਕੋਰਟ ਦੇ ਬੈਂਚ ਦੇ ਸਾਹਮਣੇ ਰੱਖਤਾ। ਇਸ ਤੋਂ ਬਾਅਦ ਇਹ ਤਕਰੀਬਨ 2018-19 ਦੀ ਮੈਂ ਗੱਲਬਾਤ ਕਰਦਾ ਪਿਆ ਤੇ ਇਸ ਤੋਂ ਬਾਅਦ ਤੁਸੀਂ 19 ਤੋਂ ਲੈ ਕੇ 23 ਇਸ ਸਾਲ ਤੱਕ 4 ਸਾਲ ਤਕਰੀਬਨ ਪੌਣੇ 4 ਸਾਲ ਇਹ ਸੀਲਬੰਦ ਰਿਪੋਰਟਾਂ ਰਾਜਜੀਤ ਸਿੰਘ ਦੇ ਇਸ ਕੇਸ ਦੇ ਮੁਤਲਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਠੰਡੇ ਬਸਤੇ ਦੇ ਵਿੱਚ ਸੀਲਬੰਦ ਹੀ ਪਈਆਂ ਰਹੀਆਂ ਤੇ ਇਹਨਾਂ ਨੂੰ ਕਿਸੇ ਨੇ ਨਹੀਂ ਖੋਲਿਆ, ਨਾ ਹੀ ਕੋਈ ਐਕਸ਼ਨ ਟੇਕਨ, ਨਾ ਹੀ ਕੋਈ ਸਰਕਾਰ ਨੂੰ ਕਾਰਵਾਈ ਦੇ ਨਿਰਦੇਸ਼। ਸੋ ਹਾਈ ਕੋਰਟ ਦੇ ਵਿੱਚ ਇਹ ਰਿਪੋਰਟਾਂ ਉਵੇਂ ਦੀ ਉਵੇਂ ਪਈਆਂ ਰਹੀਆਂ। ਹੁਣ ਇਹਨਾਂ ਰਿਪੋਰਟਾਂ ਦੇ ਵਿੱਚ ਜਿਹੜੇ ਵੀ ਤੱਥ ਸਨ ਉਹਨਾਂ ਤੋਂ ਪਹਿਲਾਂ ਦੀ ਕਹਾਣੀ ਇਹ ਸੀ ਕਿ ਤਰਨਤਾਰਨ ਦੇ ਵਿੱਚ ਜਦੋਂ ਰਾਜਜੀਤ ਸਿੰਘ ਬਤੌਰ SSP ਤਰਨਤਾਰਨ ਨਿਯੁਕਤ ਕੀਤੇ ਜਾਂਦੇ ਨੇ, ਉਸ ਵਕਤ ਉਹਨਾਂ ਵੱਲੋਂ ਇਹ ਜਿਹੜਾ ਇੰਸਪੈਕਟਰ ਇੰਦਰਜੀਤ ਜੋ ਕਿ ਪਹਿਲਾਂ ਹੈੱਡ ਕਾਂਸਟੇਬਲ ਹੋਇਆ ਕਰਦਾ ਸੀ, ਉਹਨਾਂ ਨੂੰ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਨਾਲ ਰੱਖ ਲਿਆ ਜਾਂਦਾ ਹੈ। ਉਸ ਤੋਂ ਬਾਅਦ ਸਿਫਾਰਿਸ਼ ਕੀਤੀ ਜਾਂਦੀ ਹੈ, ਮੈਂ 2013 ਦੀ ਗੱਲ ਕਰਦਾ ਪਿਆ। 2013-14 ਦੇ ਵਿੱਚ ਸਿਫਾਰਿਸ਼ ਰਾਜਜੀਤ ਸਿੰਘ ਵੱਲੋਂ ਨਾ ਸਿਰਫ ਇਸ ਅਫਸਰ ਨੂੰ ਆਪਣੇ ਨਾਲ ਨਿਯੁਕਤੀ ਦੀ ਕੀਤੀ ਜਾਂਦੀ ਹੈ, ਬਲਕਿ ਇਸ ਨੂੰ ORP ਰੈਂਕ ਦੇ ਕੇ ਇੱਕ ਹੈੱਡ ਕਾਂਸਟੇਬਲ ਤੋਂ ASI ਬਣਾਤਾ ਜਾਂਦਾ ਹੈ ਤੇ ਫਿਰ ASI ਬਣਾ ਕੇ ਇਸ ਨੂੰ CIA ਦਾ ਇੰਚਾਰਜ ਲਾਤਾ ਜਾਂਦਾ ਹੈ। ਤਰਨਤਾਰਨ ਦੇ ਇਲਾਕੇ ਦੇ ਵਿੱਚ 3 ਅਲੱਗ-ਅਲੱਗ ਅਜਿਹੇ ਕੇਸ ਹੋਏ ਜਿਸ ਦੇ ਵਿੱਚ ਕੀ, ਹਾਲਾਂਕਿ ਕੇਸ ਤਾਂ ਬਹੁਤ ਹੋਏ, ਲੇਕਿਨ 3 ਅਜਿਹੇ ਕੇਸ ਸੀ ਜਿਨ੍ਹਾਂ ਦੇ ਵਿੱਚ ਨਸ਼ੇ ਦੇ ਫੜੇ ਗਏ ਤਸਕਰ, ਇੰਦਰਜੀਤ ਸਿੰਘ ਵੱਲੋਂ ਹੀ ਫੜੇ ਗਏ ਤਸਕਰਾਂ ਦੇ ਮੁਕੱਦਮੇ ਜਦੋਂ ਅਦਾਲਤਾਂ ਦੇ ਵਿੱਚ ਗਿਰੇ,
ਉੱਥੇ ਅਦਾਲਤਾਂ ਦੇ ਵਿੱਚ ਉਹਨਾਂ ਤਸਕਰਾਂ ਦੇ ਖਿਲਾਫ ਨਾ ਸਿਰਫ ਉਸ ਨਸ਼ੇ ਦੀ ਖੇਪ ਜਿਹੜੀ ਬਰਾਮਦ ਉਹਨਾਂ ਤੋਂ ਸਮੇਂ-ਸਮੇਂ ਤੇ ਹੁੰਦੀ ਰਹੀ, ਉਹਨਾਂ ਦੇ ਸੈਂਪਲ ਫੇਲ ਹੋਏ, ਬਲਕਿ ਕੁਝ ਕੇਸਾਂ ਦੇ ਵਿੱਚ ਤੱਕ ਲੋਕਸ ਟੈਂਡਾਈ ਇਸ ਪੁਲਿਸ ਅਫਸਰ ਦਾ ਸਥਾਪਿਤ ਨਹੀਂ ਹੋ ਪਾਇਆ। ਰਾਜਜੀਤ ਸਿੰਘ ਦਾ ਤਬਾਦਲਾ ਜਦੋਂ ਤਰਨਤਾਰਨ ਤੋਂ ਹੁਸ਼ਿਆਰਪੁਰ ਹੁੰਦਾ ਹੈ, ਉਸ ਤੋਂ ਬਾਅਦ ਰਾਜਜੀਤ ਸਿੰਘ ਨੇ ਇਸੇ ਇੰਸਪੈਕਟਰ ਇੰਦਰਜੀਤ ਨੂੰ ਆਪਣੇ ਨਾਲ ਤਰਨਤਾਰਨ ਤੋਂ ਹੁਸ਼ਿਆਰਪੁਰ ਲਿਜਾਣ ਲਈ ਵੀ ਅਰਜ਼ੀ ਜਿਹੜੀ ਸੀ ਉਹ ਦਿੱਤੀ। ਇਹ ਸਾਰੀਆਂ ਗੱਲਾਂ ਬਾਤਾਂ ਜਦੋਂ ਜੂਨ 2017 ਦੇ ਵਿੱਚ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ, ਉਸ ਤੋਂ ਬਾਅਦ ਇਹ ਜਿਹੜੀਆਂ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਵੱਲੋਂ ਜਾਂਚ ਕੀਤੀ ਜਾਂਦੀ ਹੈ, ਉਹਨਾਂ ਸਮਿਆਂ ਦੇ ਉੱਤੇ ਸਾਰੇ ਤੱਥ ਉੱਭਰਦੇ ਨੇ। ਸੋ ਇੰਦਰਜੀਤ ਦੇ ਨਾਲ ਰਾਜਜੀਤ ਦਾ ਜਿਹੜਾ ਤਾਲੁਕ ਹੈ ਉਹ ਕਲੀਅਰ ਹੋ ਚੁੱਕਾ ਹੁੰਦਾ ਹੈ। ਇੰਦਰਜੀਤ ਖੁਦ ਇਲੀਗਲ ਰਿਕਵਰੀਜ਼, ਸਮੈਕ, ਹੈਰੋਇਨ, AK-47 ਦੇ ਨਾਲ ਗ੍ਰਿਫਤਾਰ ਕੀਤਾ ਜਾ ਚੁੱਕਾ ਹੁੰਦਾ ਹੈ। ਰਾਜਜੀਤ ਸਿੰਘ ਤੱਕ ਗੱਲ ਆ ਚੁੱਕੀ ਹੁੰਦੀ ਹੈ, ਲੇਕਿਨ ਇਹ ਮੰਨਿਆ ਜਾਂਦਾ ਹੈ ਕਿ ਉਸ ਵਕਤ ਜਿਹੜੀ ਪੰਜਾਬ ਦੇ, ਮੈਂ 2017 ਤੇ 18 ਦੇ ਸਾਲਾਂ ਦੀ ਗੱਲ ਕਰਦਾ ਪਿਆ, ਪੰਜਾਬ ਦੇ ਅਗਲੇ ਬਣਨ ਵਾਲੇ DGP ਸੁਰੇਸ਼ ਅਰੋੜਾ ਤੋਂ ਬਾਅਦ ਅਗਲਾ ਪੰਜਾਬ ਦਾ ਬਣਨ ਵਾਲਾ DGP, ਉਸ ਹੋੜ ਜਾਂ ਉਸ ਰੇਸ ਦੇ ਵਿੱਚ ਬਹੁਤ ਸੇ ਅਜਿਹੇ IPS ਅਫਸਰ ਹੁੰਦੇ ਨੇ, ਜਿਨ੍ਹਾਂ ਵਿੱਚੋਂ ਇੱਕ ਸਿਧਾਰਥ ਚਟੋਪਾਧਿਆਏ ਹੁੰਦਾ ਹੈ। ਉਹ ਸਿਧਾਰਥ ਚਟੋਪਾਧਿਆਏ ਜੋ ਕਿ ਇਸ ਜਾਂਚ ਕਮੇਟੀ ਜਾਂ ਟੀਮ ਦਾ ਇੱਕ ਹਿੱਸਾ ਹੁੰਦੇ ਨੇ, ਉਹਨਾਂ ਵੱਲੋਂ ਇਸ ਕੇਸ ਦੇ ਵਿੱਚ ਰਾਜਜੀਤ ਤੋਂ ਅੱਗੇ ਜਿਹੜੇ ਤਾਰ ਜੋੜਨ ਦੀ ਕੋਸ਼ਿਸ਼ ਕੁਝ ਹੋਰ ਸੀਨੀਅਰ ਅਫਸਰਾਂ ਦੇ ਨਾਲ ਕੀਤੀ ਗਈ, ਜਿਨ੍ਹਾਂ ਦੇ ਵਿੱਚੋਂ ਇੱਕ ਅਫਸਰ ਦਿਨਕਰ ਗੁਪਤਾ ਸਨ, ਜੋ ਕਿ DGP ਬਣਨ ਦੀ ਰੇਸ ਦੇ ਵਿੱਚ ਸਿਧਾਰਥ ਚਟੋਪਾਧਿਆਏ ਦੇ ਨਾਲ ਸ਼ਾਮਲ ਸਨ, ਬਲਕਿ ਉਹਨਾਂ ਦਾ ਰੈਂਕ ਜਾਂ ਉਹਨਾਂ ਦਾ ਜਿਹੜਾ ਨੰਬਰ ਸੀ ਸਿਧਾਰਥ ਚਟੋਪਾਧਿਆਏ ਤੋਂ ਪਿੱਛੇ ਸੀ। ਸੋ ਉਹ ਜਿਹੜੀ ਪੁਲਿਸ ਦੇ DGP ਬਣਨ ਦੀ ਖਾਣਾ ਜੰਗੀ ਉਹ ਇਸ ਲੈਵਲ ਦੇ ਉੱਤੇ ਪਹੁੰਚ ਗਈ ਕਿ ਪੰਜਾਬ ਦੇ ਵਿੱਚ ਇੱਕ ਕਲੇਸ਼ ਛਿੜ ਗਿਆ ਤੇ ਅਫਸਰ ਇੱਕ ਦੂਸਰੇ ਦੇ ਖਿਲਾਫ ਆਮੋ ਸਾਹਮਣੇ ਖੁੱਲ੍ਹੇਆਮ ਸਾਹਮਣੇ ਆ ਗਏ। ਹਾਈ ਕੋਰਟ ਦੇ ਵਿੱਚ ਸਿਧਾਰਥ ਚਟੋਪਾਧਿਆਏ ਨੇ ਪਹੁੰਚ ਕੇ ਇਲਜ਼ਾਮ ਲਗਾਤੇ। ਇਲਜ਼ਾਮ ਤਰਾਸ਼ੀ ਹੋ ਰਹੀ ਸੀ ਕਿਉਂਕਿ ਉਸ ਵਕਤ DGP ਸੁਰੇਸ਼ ਅਰੋੜਾ ਸੀ ਤੇ ਇੱਕ ਪਾਸੇ ਇੱਕ ਲੌਬੀ ਸੀ ਸੁਰੇਸ਼ ਅਰੋੜਾ, ਦਿਨਕਰ ਗੁਪਤਾ, ਤੇ ਦੂਸਰੇ ਪਾਸੇ ਸਿਧਾਰਥ ਚਟੋਪਾਧਿਆਏ, ਮੁਹੰਮਦ ਮੁਸਤਫਾ ਜਾਂ ਫਿਰ ਹੋਰ ਅਜਿਹੇ, ਹਰਪ੍ਰੀਤ ਸਿੱਧੂ ਵਰਗੇ ਜੋ ਕਿ STF ਦੇ ਮੁਖੀ ਸਨ, ਅਜਿਹੇ ਅਫਸਰ ਸਨ ਜੋ ਕਿ ਸ਼ਾਇਦ ਚਾਹੁੰਦੇ ਇਹ ਸਨ ਕਿ ਆਉਣ ਵਾਲੇ ਪੰਜਾਬ ਦੇ DGP ਨੂੰ ਲੈ ਕੇ ਜਿਹੜੀ ਇੱਕ ਹੋੜ ਚੱਲਦੀ ਪਈ ਸੀ, ਜਿਹੜੀ ਇੱਕ ਲੌਬਿੰਗ ਚੱਲਦੀ ਪਈ ਸੀ, ਉਸ ਦੇ ਵਿੱਚ ਕੁਝ ਆਫੀਸਰਸ ਦੇ ਪ੍ਰੋਸਪੈਕਟਸ ਉਹਨੇ ਬ੍ਰਾਈਟ ਨਾ ਰਹਿਣ। ਸੋ ਇਸ ਤਰੀਕੇ ਦੀ ਆਪਸ ਦੀ ਖਾਨਾ ਜੰਗੀ ਤੇ ਚੱਲਦੇ ਨੌਬਤ ਇੱਥੋਂ ਤੱਕ ਆ ਗਈ ਕਿ ਪੰਜਾਬ ਦੇ ਤਤਕਾਲੀ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮੀਟਿੰਗ ਬੁਲਾਉਣੀ ਪਈ। ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਅਫਸਰਾਂ ਨੂੰ ਬੈਠ ਕੇ ਸਮਝਾਤਾ ਕਿ ਇਸ ਮਾਮਲੇ ਨੂੰ ਹੁਣ ਇੱਥੇ ਖਤਮ ਕੀਤਾ ਜਾਏ। ਇੱਕ ਦੂਸਰੇ ਦੇ ਖਿਲਾਫ ਜਿਹੜੀ ਤੌਹਮਤਾਂ ਦਾ ਦੌਰ ਚੱਲਦਾ ਪਿਆ ਸੀ ਮੀਡੀਆ ਦੇ ਵਿੱਚ, ਅਖਬਾਰੀ ਖਬਰਾਂ ਦੇ ਜ਼ਰੀਏ ਤੇ ਈਵਨ ਹਾਈ ਕੋਰਟ ਦੇ ਮੰਚਾਂ ਦੇ ਉੱਤੇ ਗੱਲਾਂ ਬਾਤਾਂ ਉੱਭਰ ਰਹੀਆਂ ਸੀ ਜੋ ਕਿ ਮੀਡੀਆ ਵਿੱਚ ਪ੍ਰਕਾਸ਼ਿਤ ਹੋ ਰਹੀਆਂ ਸਨ। ਪੁਲਿਸ ਦੀ ਟੌਪ ਬਰਾਸ ਨੂੰ ਟਾਲ ਲੱਗ ਰਹੀ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਅਫਸਰਾਂ ਨੂੰ ਹੜਕਾਤਾ। ਇਹ ਕਾਫੀ ਉੱਚ ਪੱਧਰੀ ਬੈਠਕ ਸੀ, ਜਿਸ ਤੋਂ ਬਾਅਦ ਇੱਕ ਬਿਆਨ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦਿਨਾਂ ਵਿੱਚ ਜਾਰੀ ਕੀਤਾ ਸੀ। ਹੁਣ ਤੇ ਕਹਾਣੀ ਬਹੁਤ ਸਾਫ਼ ਹੋ ਚੁੱਕੀ ਸੀ ਕਿ ਪੰਜਾਬ ਦਾ DGP ਬਣਨ ਨੂੰ ਲੈ ਕੇ ਜਿਹੜੀ ਖਾਨਾ ਜੰਗੀ, ਜਿਹੜੀ ਲੌਬਿੰਗ ਚੱਲਦੀ ਪਈ ਸੀ, ਉਸ ਦੇ ਵਿੱਚ ਕੁਝ ਮੋਹਰੇ ਚੁਣ ਲਏ ਗਏ ਸਨ, ਜਿਨ੍ਹਾਂ ਵਿੱਚੋਂ ਇੰਦਰਜੀਤ ਸਿੰਘ ਤੋਂ ਸ਼ੁਰੂਆਤ ਕੀਤੀ ਗਈ ਤੇ ਕਹਾਣੀ ਰਾਜਜੀਤ ਸਿੰਘ ਦੇ ਜ਼ਰੀਏ ਹੁੰਦੀ ਹੋਈ ਕੁਝ ਹੋਰ ਸੀਨੀਅਰ ਅਫਸਰਾਂ ਤੱਕ ਜੋੜਨ ਦੀ ਕੋਸ਼ਿਸ਼ਾਂ ਲਗਾਤਾਰ ਹੁੰਦੀਆਂ ਰਹੀਆਂ। ਰਾਜਜੀਤ ਸਿੰਘ ਪਿਕਚਰ ਦੇ ਵਿੱਚ ਸੀ, ਲੇਕਿਨ ਰਾਜਜੀਤ ਸਿੰਘ ਦੀ ਗ੍ਰਿਫਤਾਰੀ ਬੜੀ ਜ਼ਰੂਰੀ ਸੀ ਜੋ ਕਿ ਹੋ ਨਹੀਂ ਪਾਈ। ਅੱਜ ਤੱਕ ਰਾਜਜੀਤ ਸਿੰਘ ਨੂੰ ਗ੍ਰਿਫਤਾਰ ਉਸ ਕੇਸ ਦੇ ਵਿੱਚ ਨਹੀਂ ਕੀਤਾ ਜਾ ਸਕਿਆ। ਆਪਾਂ 6 ਸਾਲ ਇਸ ਕੇਸ ਦੇ ਵਿੱਚ ਹਾਈ ਕੋਰਟ ਦੀ ਸਿੱਟ ਬਣਦੀ ਹੋਈ ਦੇਖੀ। ਸਿੱਟ ਨੇ ਆਪਣੀ ਜਦੋਂ ਰਿਪੋਰਟ ਸਬਮਿਟ ਕੀਤੀ, ਸਿੱਟ ਦੀ ਤਾਂ ਰਿਪੋਰਟ ਖੈਰ 1 ਦੇ ਸਾਲ ਦੇ ਵਿੱਚ ਸਬਮਿਟ ਹੋ ਗਈ ਸੀ, ਲੇਕਿਨ ਹਾਈ ਕੋਰਟ ਦੇ ਵਿੱਚ ਇਸ ਰਿਪੋਰਟ ਦੇ ਉੱਤੇ ਇੱਕ ਚੁੱਪੀ ਸਾਧ ਲਈ ਗਈ ਤੇ ਇਸ ਰਿਪੋਰਟ ਨੂੰ ਉਵੇਂ ਦੇ ਉਵੇਂ ਰੱਖਿਆ ਗਿਆ, ਜਿਵੇਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ। ਸੋ ਫਾਈਨਲੀ ਸਾਲ 2023 ਆ ਜਾਂਦਾ ਹੈ। ਇਹਨਾਂ ਤਮਾਮ ਸਾਲਾਂ ਦੌਰਾਨ ਰਾਜਜੀਤ ਸਿੰਘ ਨੂੰ ਕੋਈ ਕੌਨਸੀਕੁਐਂਸ਼ੀਅਲ ਯਾਨੀ ਕਿ ਮਹੱਤਵਪੂਰਨ ਅਹੁਦਾ ਤਾਂ ਨਹੀਂ ਦਿੱਤਾ ਗਿਆ, ਕਿਸੇ ਜ਼ਿਲ੍ਹੇ ਦਾ SSP ਵਗੈਰਾ ਨਹੀਂ ਲਾਇਆ ਗਿਆ, ਲੇਕਿਨ ਉਸ ਨੂੰ ਨੌਕਰੀ ਦੇ ਉੱਤੇ ਰੱਖਿਆ ਗਿਆ ਤੇ ਉਹ ਸ਼ਾਇਦ ਪੰਜਾਬ ਆਮ ਪੁਲਿਸ ਦੇ ਵਿੱਚ ਕਿਸੇ ਬਟਾਲੀਅਨ ਦੇ ਵਿੱਚ AIG ਦੇ ਤੌਰ ਤੇ ਕੰਮ ਕਰਦਾ ਰਿਹਾ। ਲੇਕਿਨ ਇਹਨਾਂ ਤਮਾਮ ਸਾਲਾਂ ਦੌਰਾਨ ਉਸ ਤੋਂ ਕੋਈ ਪੁੱਛਗਿੱਛ ਵੀ ਨਹੀਂ ਹੋ ਪਾਈ। ਉਸ ਦੇ ਖਿਲਾਫ ਜਿਹੜੇ ਇਲਜ਼ਾਮ ਲੱਗੇ ਸਨ ਉਹਨਾਂ ਸੰਬੰਧੀ ਖੁਲਾਸੇ ਉਹਨਾਂ ਰਿਪੋਰਟਾਂ ਦੇ ਵਿੱਚ ਸੀਲਬੰਦ ਹੋ ਕੇ ਕਬਰਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਏ ਰਹੇ। ਹੁਣ ਇੰਨੇ ਸਾਲਾਂ ਦਰਮਿਆਨ ਯਾਨੀ ਕਿ 2017 ਤੋਂ ਲੈ ਕੇ 2023 ਦਰਮਿਆਨ ਕਾਫੀ ਕੁਝ ਹੋਇਆ। ਪੰਜਾਬ ਦੇ DGP ਵੀ ਬਦਲੇ, ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਵੀ ਬਦਲ ਜਾਂਦੀ ਹੈ, ਸੱਤਾ ਦਾ ਪਰਿਵਰਤਨ ਹੋ ਜਾਂਦਾ ਹੈ। ਨਸ਼ੇ ਦੇ ਤਸਕਰਾਂ ਨੂੰ ਇਮਦਾਦ ਦੇਣ ਵਾਲੇ ਇਹ ਇੰਸਪੈਕਟਰ ਇੰਦਰਜੀਤ ਵਰਗੇ ਜਾਂ ਫਿਰ ਕਥਿਤ ਤੌਰ ਤੇ ਰਾਜਜੀਤ ਸਿੰਘ ਵਰਗੇ ਜਿਹੜੇ ਅਫਸਰ ਹੈਗੇ ਨੇ ਜਾਂ ਸਨ, ਇਹਨਾਂ ਦੇ ਖਿਲਾਫ ਕਾਰਵਾਈ ਦੇ ਪ੍ਰਤੀ ਇੱਛਾ ਸ਼ਕਤੀ ਦੇ ਵਿੱਚ ਵੀ ਕਾਫੀ ਬਦਲਾਅ ਦੇਖਿਆ ਗਿਆ, ਡਾਇਲੂਸ਼ਨ ਵੇਖੀ ਗਈ। ਲੇਕਿਨ ਇਸੇ ਸਭ ਦੇ ਦਰਮਿਆਨ ਇਸ ਸਾਲ 2023 ਦੀ ਸ਼ੁਰੂਆਤ ਦੇ ਵਿੱਚ ਇੱਕ ਹੋਰ ਫੈਕਟਰ ਸਾਹਮਣੇ ਆਉਂਦਾ ਹੈ ਜੋ ਕਿ ਬਰਖਾਸਤ DSP ਬਲਵਿੰਦਰ ਸਿੰਘ ਸੇਖੋਂ ਦਾ ਹੁੰਦਾ ਹੈ। ਹੁਣ ਬਲਵਿੰਦਰ ਸਿੰਘ ਸੇਖੋਂ ਇੱਕ ਵਿਸਲ ਬਲੋਅਰ ਦੇ ਰੂਪ ਵਿੱਚ ਸਾਹਮਣੇ ਆਉਂਦੇ ਨੇ ਤੇ ਕਾਫੀ ਐਗਰੈਸਿਵ, ਆਕ੍ਰਾਮਕ ਉਹਨਾਂ ਦੇ ਤੇਵਰ ਹੁੰਦੇ ਨੇ। ਡਾਇਰੈਕਟਲੀ ਉਹਨਾਂ ਵੱਲੋਂ ਵੰਗਾਰਿਆ ਜਾਂਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਨੂੰ। ਸੋ ਸਿੱਧਾ ਜੁਡੀਸ਼ਰੀ ਦੇ ਖਿਲਾਫ ਇੱਕ ਮੋਰਚਾ ਬਲਵਿੰਦਰ ਸੇਖੋਂ ਵੱਲੋਂ ਖੋਲ੍ਹਤਾ ਗਿਆ। ਇਲਜ਼ਾਮ ਐਡੇ ਪੱਧਰ ਦੇ ਉੱਤੇ, ਵਿਅਕਤੀਗਤ ਲੈਵਲ ਦੇ ਉੱਤੇ ਵੀ ਜੱਜਾਂ ਉੱਤੇ ਲਾਤੇ, ਜਿਸ ਤੋਂ ਬਾਅਦ ਪ੍ਰੈਸ਼ਰ ਸਿਰਫ ਇਹ ਸੀ ਕਿ ਉਹ ਜਿਹੜੀ ਸੀਲਬੰਦ ਐਨਵਲਪਸ ਦੇ ਵਿੱਚ, ਲਿਫਾਫਿਆਂ ਦੇ ਵਿੱਚ ਰਿਪੋਰਟਾਂ ਪਈਆਂ ਨੇ ਉਹਨਾਂ ਨੂੰ ਖੋਲ੍ਹੋ। ਰਾਜਜੀਤ ਸਿੰਘ ਦਾ ਮਸਲਾ ਨਹੀਂ ਸੀ, ਬਲਕਿ ਉਹਨਾਂ ਦੇ ਉਤਲੇ ਅਧਿਕਾਰੀਆਂ ਤੱਕ ਵੀ ਤਾਰ ਜੋੜਨ ਦੀ ਗੱਲਬਾਤ ਇਹਨਾਂ ਰਿਪੋਰਟਾਂ ਦੇ ਵਿੱਚ ਬੰਦ ਪਈ ਹੋ ਸਕਦੀ ਹੈ।
ਸੋ ਉਹ ਵੱਖਰੀ ਗੱਲ ਹੈ ਕਿ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੂੰ ਅਦਾਲਤ ਦੀ ਅਮਾਨਤ ਕੰਟੈਂਪਟ ਆਫ ਕੋਰਟ ਦੇ ਮਾਮਲਿਆਂ ਦੇ ਵਿੱਚ ਅਦਾਲਤ ਨੇ ਹੀ 6 ਮਹੀਨੇ ਦੀ ਸਜ਼ਾ ਸੁਣਾਤੀ ਤੇ ਅੱਜ ਤੱਕ ਡੀਐਸਪੀ ਬਲਵਿੰਦਰ ਸੇਖੋਂ, ਬਰਖਾਸਤ ਡੀਐਸਪੀ ਬਲਵਿੰਦਰ ਸੇਖੋਂ ਜੇਲ੍ਹ ਦੇ ਵਿੱਚ ਹੈਗੇ ਨੇ। ਤੁਸੀਂ ਸੂਰਤ ਆਲਮ ਵੇਖੋ ਕਿ ਜਿੱਥੋਂ ਕਹਾਣੀ ਸ਼ੁਰੂ ਹੋਈ 2017 ਜੂਨ ਦੇ ਵਿੱਚ, ਰਾਜਜੀਤ ਸਿੰਘ ਕੋਰਟ ਜਾਂਦਾ ਹੈ, ਕੋਰਟ ਦੇ ਵਿੱਚ ਸਿੱਟ ਬਣਦੀ ਹੈ, ਸਿੱਟ ਦੀਆਂ ਰਿਪੋਰਟਾਂ ਆ ਜਾਂਦੀਆਂ ਨੇ, ਰਿਪੋਰਟਾਂ ਨੂੰ ਪੌਣੇ 4 ਸਾਲ ਠੰਡੇ ਬਸਤਿਆਂ ਵਿੱਚ ਰੱਖਿਆ ਜਾਂਦਾ ਹੈ। ਉਹਨਾਂ ਰਿਪੋਰਟਾਂ ਨੂੰ ਖੋਲ੍ਹਣ ਦੀ ਦੁਹਾਈ ਪਾਉਂਦਾ ਹੋਇਆ, ਸੰਘਰਸ਼ ਕਰਦਾ ਹੋਇਆ ਇੱਕ ਬਰਖਾਸਤ ਡੀਐਸਪੀ ਤੇ ਵਿਸਲ ਬਲੋਅਰ ਬਲਵਿੰਦਰ ਸੇਖੋਂ ਤਾਂ ਪਿਛਲੇ 5-6 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਬੈਠਾ ਹੈ। ਲੇਕਿਨ ਰਾਜਜੀਤ ਸਿੰਘ ਦਾ ਤੁਸੀਂ ਕਲਾਊਟ ਵੇਖੋ ਕਿ ਇਸ ਦੇ ਮੁਤਲਕ ਸਾਰੀ ਜਾਂਚ ਰਿਪੋਰਟਾਂ ਜੋ ਕਿ ਇਨਕ੍ਰਿਮੀਨੇਟਿੰਗ ਜਾਂਚ ਰਿਪੋਰਟਾਂ ਸਨ, ਇਹਨਾਂ ਰਿਪੋਰਟਾਂ ਦੇ ਵਿੱਚ ਰਾਜਜੀਤ ਸਿੰਘ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਗਈ। ਉਲਟਾ ਐਸਆਈਟੀ ਨੇ ਇਹ ਪਾਇਆ ਕਿ ਰਾਜਜੀਤ ਸਿੰਘ ਨੇ ਆਪਣੀ ਆਮਦਨ ਤੋਂ ਵੱਧ ਜਾਇਦਾਦਾਂ ਇਕੱਠੀਆਂ ਕੀਤੀਆਂ ਹੁਸ਼ਿਆਰਪੁਰ ਦੇ ਵਿੱਚ, ਜਲੰਧਰ ਦੇ ਇਲਾਕਿਆਂ ਦੇ ਵਿੱਚ, ਚੰਡੀਗੜ੍ਹ ਦੇ ਨੇੜੇ ਮੋਹਾਲੀ ਦੇ ਇਕੋ ਸਿਟੀ ਇਲਾਕੇ ਦੇ ਵਿੱਚ ਕਈ ਅਜਿਹੇ ਅੱਧੇ ਦਰਜਨ ਦੇ ਆਸ-ਪਾਸ ਅਜਿਹੇ ਪਲਾਟ ਸੀ ਜੋ ਕਿ ਰਾਜਜੀਤ ਸਿੰਘ ਨੇ ਖਰੀਦੇ। ਆਪਣੀ ਆਮਦਨ ਤੋਂ ਵੱਧ ਸਰੋਤਾਂ ਦੇ ਚੱਲਦੇ ਹੋਏ ਇਹ ਸੰਪत्ति ਉਸ ਵੱਲੋਂ ਅਰਜਿਤ ਕੀਤੀ ਗਈ ਤੇ ਇਸ ਦਾ ਅਸਲ ਆਧਾਰ ਕੀ ਸੀ, ਉਹ ਕਾਲੀ ਕਮਾਈ ਕਿੱਥੋਂ ਆ ਰਹੀ ਸੀ, ਇਹ ਗੱਲਾਂ ਬਾਤਾਂ ਤਾਂ ਹੀ ਸਾਹਮਣੇ ਆਣੀਆਂ ਸਨ ਜੇ ਰਾਜਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ। ਸੋ ਬਲਵਿੰਦਰ ਸੇਖੋਂ ਨੂੰ ਕੰਟੈਂਪਟ ਆਫ ਕੋਰਟ ਦੇ ਕੇਸ ਦੇ ਵਿੱਚ ਹਾਈ ਕੋਰਟ ਦੇ ਚੱਕਰ ਦੇ ਵਿੱਚ ਜੇਲ੍ਹ ਹੋ ਗਈ। ਬਲਵਿੰਦਰ ਸਿੰਘ ਸੇਖੋਂ ਦਾ ਚਲਾ ਗਿਆ ਜੇਲ੍ਹ ਦੇ ਅੰਦਰ। ਉਸ ਤੋਂ ਕੁਝ ਹਫ਼ਤੇ ਬਾਅਦ ਜਾਂ ਕੁਝ ਮਹੀਨੇ ਬਾਅਦ ਅਦਾਲਤ ਨੇ ਉਹ ਐਨਵੈਲਪਸ ਦੇ ਵਿੱਚੋਂ, ਉਹ ਲਿਫਾਫਿਆਂ ਦੇ ਵਿੱਚੋਂ ਰਿਪੋਰਟਾਂ ਖੋਲੀਆਂ। 3 ਰਿਪੋਰਟਾਂ ਨੂੰ ਖੋਲਿਆ ਗਿਆ। ਇੱਕ ਜਿਹੜੀ ਚੌਥੀ ਰਿਪੋਰਟ, ਜਿਹੜੀ ਕਿ ਇੱਕ ਇੰਡੀਵਿਜੂਅਲ ਰਿਪੋਰਟ ਸੀ, ਸਿਧਾਰਥ ਚਟੋਪਾਧਿਆਏ ਦੀ ਰਿਪੋਰਟ ਸੀ, ਉਸ ਨੂੰ ਅਜੇ ਵੀ ਨਹੀਂ ਖੋਲਿਆ ਗਿਆ। ਲੇਕਿਨ 3 ਰਿਪੋਰਟਾਂ ਦੇ ਵਿੱਚ ਇਹ ਚੀਜ਼ਾਂ ਸਾਫ਼ ਉੱਭਰ ਕੇ ਸਾਹਮਣੇ ਆਈਆਂ ਕਿ ਰਾਜਜੀਤ ਸਿੰਘ ਇਸ ਤਰੀਕੇ ਦੀਆਂ ਬਹੁਤ ਗਤੀਵਿਧੀਆਂ ਦੇ ਵਿੱਚ ਇਨਵੋਲਵ ਰਿਹਾ ਹੋ ਸਕਦਾ ਹੈ। ਤਕਰੀਬਨ 4 ਸਾਲ ਠੰਡੇ ਬਸਤੇ ਵਿੱਚ ਪਏ ਰਹਿਣ ਤੋਂ ਬਾਅਦ ਸਿੱਟ ਦੀਆਂ ਇਹਨਾਂ ਰਿਪੋਰਟਾਂ ਜੋ ਕਿ ਪੰਜਾਬ ਸਰਕਾਰ ਕੋਲ ਆਈਆਂ, ਉਸੇ ਆਧਾਰ ਉੱਤੇ ਭਗਵੰਤ ਮਾਨ ਉਹਨਾਂ ਵੱਲੋਂ ਡਿਸਮਿਸ ਕੀਤਾ ਗਿਆ ਇਸੇ ਸਾਲ ਅਪ੍ਰੈਲ ਦੇ ਮਹੀਨੇ ਦੇ ਵਿੱਚ ਰਾਜਜੀਤ ਸਿੰਘ। ਇਸ ਤੋਂ ਬਾਅਦ ਰਾਜਜੀਤ ਸਿੰਘ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋ ਪਾਈ ਹੈ। ਪਿਛਲੇ ਹਫ਼ਤੇ ਇੱਕ ਅਜਿਹਾ ਆਰਡਰ ਆਇਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ, ਜਿਸ ਵਿੱਚ ਕਿ ਮੋਹਾਲੀ ਦੀ ਅਦਾਲਤ, ਜਿਸ ਨੇ ਕਿ ਆਪਣੀ ਕਾਰਵਾਈ ਸ਼ੁਰੂ ਕਰਤੀ ਸੀ, ਕਿਉਂਕਿ ਰਾਜਜੀਤ ਸਿੰਘ ਅਜੇ ਵੀ ਭਗੌੜਾ ਹੈ, ਉਸ ਨੂੰ ਫੜਨ ਲਈ ਛਾਪੇਮਾਰੀ ਵਗੈਰਾ ਪੁਲਿਸ ਕਰਦੀ ਪਈ ਹੈ। ਲੇਕਿਨ ਰਾਜਜੀਤ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਜਾਂਦਾ ਹੈ। ਰਾਜਜੀਤ ਸਿੰਘ ਚੁਣੌਤੀ ਦਿੰਦਾ ਹੈ ਕਿ ਉਸਦਾ ਜਿਹੜਾ ਡਿਸਮਿਸਲ ਆਰਡਰ ਹੈ ਉਸਦੀ ਤੋਂ ਕਾਪੀ ਨਹੀਂ ਦਿੱਤੀ ਗਈ, ਉਸਦਾ ਨੋਟਿਸ ਨਹੀਂ ਉਸਨੂੰ ਸਰਵ ਕੀਤਾ ਗਿਆ, ਕਾਰਨਾਂ ਦੇ ਬਾਰੇ ਉਸਨੂੰ ਨਹੀਂ ਦੱਸਿਆ ਗਿਆ। ਹੁਣ ਜਿਸ ਆਫੀਸਰ ਦੇ ਮੁਤਲਕ ਐਸਆਈਟੀ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਰਿਪੋਰਟ ਦੇ ਵਿੱਚ ਐਡੇ ਇਨਕ੍ਰਿਮੀਨੇਟਿੰਗ ਐਵੀਡੈਂਸਿਸ ਆ ਚੁੱਕੇ ਹੋਣ, ਇਹ ਖੁਲਾਸੇ ਹੋ ਚੁੱਕੇ ਹੋਣ ਕਿ ਇਸ ਅਫਸਰ ਨੇ ਕਾਲੀ ਜਾਇਦਾਦ ਬਣਾਈ ਹੈ, ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ, ਉਸ ਦੇ ਸਰੋਤਾਂ ਦੀ ਜਿਹੜੀ ਅਗਲੀ ਪੜਤਾਲ ਹੈ ਉਹ ਪੁਲਿਸ ਨੇ ਉਸ ਤੋਂ ਪੁੱਛਗਿੱਛ ਕਰਕੇ ਕਰਨੀ ਹੈ। ਉਸਨੇ ਇਹ ਕਾਲੀ ਕਮਾਈ ਕਿਹੜੇ ਹੇਠਲੇ ਪੱਧਰ ਦੇ ਅਫਸਰਾਂ ਤੋਂ ਇਕੱਠੀ ਕੀਤੀ? ਕੀ ਇਹ ਕਾਲੀ ਕਮਾਈ ਉਸਨੇ ਸਿਰਫ ਆਪਣੇ ਤੱਕ ਰੱਖੀ, ਇਹ ਸੰਪत्तियां ਬਣਾਈਆਂ, ਜਾਂ ਫਿਰ ਅੱਗੇ ਇਸ ਦੇ ਕਿਸੇ ਆਕਾ ਤੱਕ ਵੀ ਇਹ ਕਾਲੀ ਜਿਹੜੀ ਕਮਾਈ ਸੀ ਉਹ ਪਹੁੰਚਦੀ ਸੀ? ਇਹ ਸਾਰੀਆਂ ਗੱਲਾਂ ਬਾਤਾਂ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਹੋਣੀਆਂ ਸਨ। ਲੇਕਿਨ ਰਾਜਜੀਤ ਸਿੰਘ ਆਪਣੇ ਡਿਸਮਿਸਲ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦੁਬਾਰਾ ਜਾ ਕੇ ਖੜਾ ਹੋ ਜਾਂਦਾ ਹੈ। ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਅਪੀਲ ਇਹ ਕਰਦਾ ਹੈ ਕਿ ਹੁਣ ਇਸ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਈ ਜਾਏ। ਤੁਸੀਂ ਹਾਲਤ ਦੇਖੋ ਇਸ ਏਆਈਜੀ ਲੈਵਲ ਦੇ ਅਧਿਕਾਰੀ ਦੀ, ਇਸ ਨੂੰ ਮੈਂ ਜ਼ਰੂਰਤ ਕਹਾਂਗਾ ਕਿ ਤੁਸੀਂ ਪਹਿਲਾਂ ਹਾਈ ਕੋਰਟ ਦੇ ਵਿੱਚ ਗਏ, ਤੁਸੀਂ ਆਪਣੇ ਕੇਸ ਦੇ ਵਿੱਚ ਆਪਣੇ ਨਾਲ ਵਧੀਕੀ ਹੋਣ ਦੀ ਗੱਲ ਕੀਤੀ, ਇੱਕ ਸਪੈਸ਼ਲ ਇਨਵੈਸਟੀਗੇਟਿਵ ਟੀਮ ਬੈਠ ਗਈ 2017-18 ਦੇ ਵਿੱਚ। ਉਸ ਤੋਂ ਬਾਅਦ ਉਸਨੇ ਆਪਣੀ ਰਿਪੋਰਟ ਦਿੱਤੀ ਤੇ ਰਿਪੋਰਟ ਦੇ ਵਿੱਚ ਤੁਹਾਨੂੰ ਦੋਸ਼ੀ ਮੰਨਿਆ ਜਾ ਰਿਹਾ ਹੈ, ਜਾਂ ਮੁੱਢਲੇ ਤੌਰ ਤੇ, ਕਿਉਂਕਿ ਐਸਆਈਟੀ ਦਾ ਕੰਮ ਹੁੰਦਾ ਹੈ ਕਿ ਉਹਨਾਂ ਨੇ ਮੁੱਢਲੇ ਫਾਈਂਡਿੰਗਸ ਦੇਣੀਆਂ ਹੁੰਦੀਆਂ, ਜਿਸ ਤੋਂ ਬਾਅਦ ਕਿ ਸਰਕਾਰਾਂ ਤੇ ਪੁਲਿਸ ਨੇ ਪੜਤਾਲ ਕਰਨੀ ਹੁੰਦੀ ਹੈ। ਹੁਣ ਰਾਜਜੀਤ ਸਿੰਘ ਦੇ ਖਿਲਾਫ ਅਪਰਾਧਿਕ ਮੁਕੱਦਮੇ ਦਰਜ ਹੋ ਗਏ, ਉਸ ਨੂੰ ਬਰਖਾਸਤ ਕਰਤਾ ਗਿਆ। ਲੇਕਿਨ ਅੱਜ ਵੀ ਕਾਨੂੰਨੀ ਕੁੰਡੀਆਂ ਦੀ ਵਰਤੋਂ ਕਰਕੇ, ਜਿਵੇਂ ਹਾਈ ਕੋਰਟ ਦੇ ਵਿੱਚ ਤਕਰੀਬਨ ਪੌਣੇ 4 ਸਾਲ ਇਸ ਦੀਆਂ ਰਿਪੋਰਟਾਂ ਦਬੀਆਂ ਰਹੀਆਂ, ਠੰਡੇ ਬਸਤੇ ਦੇ ਵਿੱਚ ਪਈਆਂ ਰਹੀਆਂ, ਅੱਜ ਵੀ ਉਹਨਾਂ ਹੀ ਕਾਨੂੰਨੀ ਕੁੰਡੀਆਂ ਦੀ ਵਰਤੋਂ ਕਰਕੇ ਰਾਜਜੀਤ ਸਿੰਘ ਆਪਣੇ ਖਿਲਾਫ ਕਾਰਵਾਈ ਨੂੰ ਹਲੇ ਹੋਰ ਅੱਗੇ ਟਾਲਣਾ ਚਾਹੁੰਦਾ ਹੈ। ਸੋ ਇਸ ਦੇ ਖਿਲਾਫ ਜੇ ਮੋਹਾਲੀ ਦੀ ਅਦਾਲਤ ਵੱਲੋਂ ਇਸ ਨੂੰ ਪ੍ਰੋਕਲੇਮਡ ਅਫੈਂਡਰ ਘੋਸ਼ਿਤ ਕਰਨੀ ਹੈ, ਇਸ ਦੇ ਖਿਲਾਫ ਜਿਹੜੀ ਵੀ ਕਾਰਵਾਈ ਬਣਦੀ ਹੈ ਉਸ ਨੂੰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਤਾਂ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪਿਛਲੇ ਹੀ ਹਫ਼ਤੇ ਇੱਕ ਆਰਡਰ ਆਇਆ, ਜਿਸ ਵਿੱਚ ਕਿ ਇਹ ਕਿਹਾ ਗਿਆ ਮੋਹਾਲੀ ਦੀ ਕੋਰਟ ਨੂੰ ਕਿ ਤੁਸੀਂ ਅਜੇ ਰੁਕ ਜਾਓ, ਜਦ ਤੱਕ ਰਾਜਜੀਤ ਸਿੰਘ ਆਪਣੀ ਐਂਟੀਸਿਪੇਟਰੀ ਬੇਲ ਫਾਈਲ ਨਹੀਂ ਕਰ ਦਿੰਦਾ, ਉਸ ਐਪਲੀਕੇਸ਼ਨ ਤੇ ਕੋਈ ਨਿਬੇੜਾ ਨਹੀਂ ਹੋ ਜਾਂਦਾ, ਤਦ ਤੱਕ ਇਸ ਦੇ ਖਿਲਾਫ ਕੋਈ ਕਾਰਵਾਈ ਸ਼ੁਰੂ ਨਾ ਕੀਤੀ ਜਾਏ। ਹੁਣ ਇਹ ਸਾਡੇ ਸਿਸਟਮ ਦਾ ਦੁਖਾਂਤ ਹੈ ਕਿ ਇਸ ਤਰੀਕੇ ਦੇ ਅਫਸਰ 6 ਸਾਲਾਂ ਤੋਂ ਕਾਨੂੰਨੀ ਕੁੰਡੀਆਂ ਦੀ ਵਰਤੋਂ ਕਰਕੇ ਅੱਜ ਵੀ ਕਾਨੂੰਨ ਦੀ ਗਿਰਫਤ ਚੋਂ ਬਾਹਰ ਨੇ, ਤੇ ਜਿਹੜੇ ਲੋਕਾਂ ਨੇ ਵਿਸਲ ਬਲੋ ਕੀਤੀ, ਜਿਹੜੇ ਲੋਕਾਂ ਨੇ ਇਹਨਾਂ ਦੇ ਖਿਲਾਫ ਰਿਪੋਰਟਾਂ ਨੂੰ ਖੋਲ੍ਹਣ ਦੀ ਮੰਗ ਕੀਤੀ, ਠੀਕ ਹੈ, ਉਹਨਾਂ ਦਾ ਮੰਗ ਕਰਨ ਦਾ ਤਰੀਕਾ, ਜੱਜਾਂ ਦੇ ਉੱਤੇ ਵਿਅਕਤੀਗਤ ਇਲਜ਼ਾਮ ਲਾਣਾ, ਉਹਨਾਂ ਦੀ ਨਿਸ਼ਠਾ ਦੇ ਉੱਤੇ, ਉਹ ਸਾਰੀ ਗੱਲਾਂ ਬਾਤਾਂ ਗਲਤ ਸੀਗੀਆਂ ਬਲਵਿੰਦਰ ਸੇਖੋਂ ਦੀਆਂ, ਲੇਕਿਨ ਮੁੱਢਲੀ ਮੰਗ ਜਿਹੜੀ ਸੀ ਉਹ ਜਾਇਜ਼ ਸੀ। ਸੋ ਉਹ ਬਲਵਿੰਦਰ ਸੇਖੋਂ ਜੇਲ੍ਹ ਦੇ ਵਿੱਚ ਬੈਠਾ ਹੈ ਪਿਛਲੇ 6 ਮਹੀਨਿਆਂ ਤੋਂ, ਤੇ 6 ਸਾਲਾਂ ਤੋਂ ਜਿਸ ਬੰਦੇ ਨੂੰ ਜੇਲ੍ਹ ਦੇ ਵਿੱਚ ਹੋਣਾ ਚਾਹੀਦਾ ਸੀ, ਉਹ ਅੱਜ ਫੇਰ ਹਾਈ ਕੋਰਟ ਦੇ ਸਾਹਮਣੇ ਪਹੁੰਚ ਕੇ ਡਿਮਾਂਡ ਇਹ ਕਰਦਾ ਪਿਆ ਹੈ ਕਿ ਸਿੱਟ ਦੀ ਉਹ ਜਾਂਚ ਠੀਕ ਨਹੀਂ ਸੀ ਜੀ,
ਤੇ ਤੁਸੀਂ ਮੇਰੇ ਕੇਸ ਦੇ ਵਿੱਚ ਹੁਣ ਇੱਕ ਨਵੀਂ ਸੀਬੀਆਈ ਦੀ ਜਾਂਚ ਕਰਾ ਲਓ। ਯਾਨੀ ਕਿ ਇਹਨਾਂ ਨੂੰ ਭਰੋਸਾ ਹੈ ਕਿ ਸੀਬੀਆਈ ਦੀ ਜਾਂਚ ਦੇ ਵਿੱਚ ਵੀ ਇਸ ਨੂੰ ਕੋਈ ਨਾ ਕੋਈ ਮਦਦ ਕਿਤੋਂ ਨਾ ਕਿਤੋਂ ਮਿਲੇਗੀ। ਸੋ ਟਾਈਮ ਬਾਇੰਗ ਟੈਕਟਿਕਸ ਨੇ, ਡਿਲੇਟਰੀ ਟੈਕਟਿਕਸ ਨੇ। ਇਸ ਤਰੀਕੇ ਦੇ ਅਫਸਰ, ਜੇ ਮੰਨਿਆ ਜਾਏ ਕਿ ਰਾਜਜੀਤ ਸਿੰਘ ਇਸ ਪੂਰੀ ਦੀ ਪੂਰੀ ਮੁਹਿੰਮ ਵਿੱਚ ਇਕੱਲਾ ਹੈ, ਇੱਕ AIG ਲੈਵਲ ਦੇ ਅਫਸਰ ਨੂੰ ਹੀ ਅਦਾਲਤਾਂ ਐਡੀ ਵੱਡੀਆਂ ਰਾਹਤਾਂ ਵੀ ਦੇ ਰਹੀਆਂ ਨੇ, ਟੂ ਦਾ ਐਕਸਟੈਂਟ ਕਿ ਉਸ ਦੇ ਕੇਸ ਨੂੰ ਅੱਗੇ ਲਟਕਾਇਆ ਜਾ ਰਿਹਾ। ਉਸ ਦੇ ਕੇਸ ਦੇ ਵਿੱਚ ਕਾਰਵਾਈਆਂ ਤਾਂ ਹੋ ਰਹੀਆਂ ਨੇ, ਪੜਤਾਲਾਂ ਦੇ ਉੱਤੇ, ਰਿਕਾਰਡ ਦੇ ਉੱਤੇ ਕੋਈ ਗਲਤ ਗੱਲ ਤਾਂ ਨਹੀਂ ਆ ਰਹੀ ਹੈ। ਗੱਲਾਂ ਉਹੀ ਆ ਰਹੀਆਂ ਨੇ ਜੋ ਕਿ ਜਾਂਚ ਏਜੰਸੀਆਂ ਜਾਂ SITs ਵੱਲੋਂ ਪਾਈਆਂ ਗਈਆਂ। ਇਹੀ ਚੀਜ਼ ਪੰਜਾਬ ਦੀ ਡਰੱਗ ਟਾਸਕ ਫੋਰਸ ਇਸ਼ਾਰਾ ਕਰਦੀ ਪਈ ਸੀ ਤੇ ਉਹ ਇੱਕ ਵੱਖਰੇ ਤਰੀਕੇ ਦੇ ਨਾਲ SIT ਦੀ ਰਿਪੋਰਟ ਦੇ ਵਿੱਚ ਵੀ ਚੀਜ਼ਾਂ ਸਾਹਮਣੇ ਆ ਗਈਆਂ, ਕਿਉਂਕਿ ਸਿੱਟ ਨੇ ਤਾਂ ਇਹ ਜਾਂਚ ਨਹੀਂ ਕਰਨੀ ਸੀ ਕਿ ਕਾਲੀ ਕਮਾਈ ਰਾਜਜੀਤ ਸਿੰਘ ਨੇ ਕਿੱਥੋਂ ਅਰਜਿਤ ਕੀਤੀ। ਉਹਨਾਂ ਤਾਂ ਮੁੱਢਲੀ ਜੀ ਚੀਜ਼ ਸਾਹਮਣੇ ਕੱਢ ਕੇ ਰੱਖਤੀ ਕਿ ਇਹਦੇ ਫਲਾਂ ਥਾਂ ਦੇ ਉੱਤੇ ਪਲਾਟ ਨੇ ਜੋ ਕਿ ਇਹਦੀ ਆਮਦਨ ਤੋਂ ਵੱਧ ਹੈ। ਅੱਗੇ ਪੜਤਾਲ ਪੰਜਾਬ ਪੁਲਿਸ ਕਰੇ, ਵਿਜੀਲੈਂਸ ਬਿਊਰੋ ਕਰੇ ਜਾਂ ਫਿਰ ਹੋਰ ਪੰਜਾਬ ਪੁਲਿਸ ਦੇ ਅਦਾਰੇ ਕਰਨ। ਲੇਕਿਨ ਰਾਜਜੀਤ ਸਿੰਘ ਜਿਸ ਕਾਮਯਾਬੀ ਦੇ ਨਾਲ ਆਪਣੇ ਖਿਲਾਫ ਕਾਨੂੰਨੀ ਕਾਰਵਾਈ ਜਾਂ ਬਣਦੀ ਕਾਰਵਾਈ ਨੂੰ ਡਿਲੇ ਕਰਨ ਦੇ ਵਿੱਚ ਇੰਨੇ ਸਾਲ ਕਾਮਯਾਬ ਹੋਇਆ ਤੇ ਹੁਣ ਵੀ ਉਹਨਾਂ ਦੀ ਕੋਸ਼ਿਸ਼ਾਂ ਜਾਰੀ ਨੇ। ਸ਼ੱਕ ਨਹੀਂ ਬਲਕਿ ਇਸ ਦੇ ਪਿੱਛੇ ਇਸ ਚੀਜ਼ ਨੂੰ ਯਕੀਨੀ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਹੋਰ ਵੱਡੀਆਂ ਤਾਕਤਾਂ ਹੈਗੀਆਂ ਨੇ। ਕੋਈ ਅਜਿਹੀ ਲੌਬੀਜ਼ ਜ਼ਰੂਰ ਹੈਗੀਆਂ ਨੇ ਜੋ ਕਿ ਅਜਿਹੇ ਅਫਸਰਾਂ ਦੇ ਪਿੱਛੇ ਕੰਮ ਕਰ ਰਹੀਆਂ ਹੋ ਸਕਦੀਆਂ ਨੇ। ਤੇ ਪੂਰੀ ਸਥਿਤੀ ਦਾ ਦੁਖਾਂਤ ਤੁਸੀਂ ਦੇਖੋ ਵੀ ਭਗਵੰਤ ਮਾਨ ਦੀ ਸਰਕਾਰ ਤੇ ਈਵਨ ਪਹਿਲੀਆਂ ਸਰਕਾਰਾਂ ਦੀ ਇੱਛਾ ਸ਼ਕਤੀ ਵੀ ਕੁਝ ਹੱਦ ਤੱਕ ਸੀ। ਹੁਣ ਇਸ ਕੇਸ ਦੇ ਵਿੱਚ ਤਾਂ ਕੁਝ ਡੀਲੇਜ਼ ਅਦਾਲਤਾਂ ਦੇ ਪਾਰਟ ਤੇ ਹੋਏ, ਲੇਕਿਨ ਜੇ ਭਗਵੰਤ ਮਾਨ ਸਰਕਾਰ ਕੰਮ ਕਰਨਾ ਚਾਹ ਰਹੀ ਹੈ ਤੇ ਉਸ ਨੇ ਨਾ ਸਿਰਫ ਬਰਖਾਸਤ ਕੀਤਾ, ਕਾਰਵਾਈ ਕੀਤੀ, ਫੌਜਦਾਰੀ ਮੁਕੱਦਮੇ ਇਸ ਅਫਸਰ ਦੇ ਖਿਲਾਫ ਦਰਜ ਕੀਤੇ, ਬਲਕਿ ਉਹਨਾਂ ਨੇ ਲਿਖ ਕੇ ਪੰਜਾਬ ਦੇ DGP ਗੌਰਵ ਯਾਦਵ ਨੂੰ ਇਹ ਵੀ ਕਿਹਾ ਕਿ ਤੁਸੀਂ ਇਸ ਅਫਸਰ ਤੋਂ ਬਾਅਦ ਜਿਹੜੀ ਹੋਰ ਕਾਲੀਆਂ ਭੇਡਾਂ ਨੇ ਪੁਲਿਸ ਮਹਿਕਮੇ ਦੇ ਵਿੱਚ, ਯਾਨੀ ਕਿ ਵੱਡੇ ਜਿਹੜੇ ਅਹੁਦਿਆਂ ਦੇ ਉੱਤੇ ਪੁਲਿਸ ਅਫਸਰ ਤੈਨਾਤ ਨੇ, PPS ਜਾਂ IPS ਲੈਵਲ ਦੇ ਉੱਤੇ ਜਿਹੜੇ ਅਫਸਰ ਤੈਨਾਤ ਨੇ ਜੋ ਕਿ ਨਸ਼ੇ ਦੇ ਕਾਰੋਬਾਰ ਦੇ ਵਿੱਚ ਨੇ, ਉਹਨਾਂ ਬਾਰੇ ਵੀ ਸਾਨੂੰ ਦਿਓ ਤਾਂ ਕਿ ਅਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਸ਼ੁਰੂ ਕਰ ਸਕੀਏ। ਇਹ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਰਨਾ ਚਾਹੁੰਦੀ ਸੀ। ਪੰਜਾਬ ਦੇ ਸਪੈਸ਼ਲ ਹੋਮ ਸੈਕਟਰੀ ਵੱਲੋਂ ਇੱਕ ਚਿੱਠੀ ਪੰਜਾਬ ਦੇ DGP ਨੂੰ ਲਿਖੀ ਗਈ। ਆਪਾਂ ਪਿਛਲੀ ਰਿਪੋਰਟ ਦੇ ਵਿੱਚ, ਕੁਝ ਰਿਪੋਰਟਾਂ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਉਸ ਦੇ ਜਵਾਬ ਦੇ ਵਿੱਚ ਇਹ ਕਿਹਾ ਗਿਆ ਕਿ ਪੂਰੀ ਦੀ ਪੂਰੀ ਕਾਰਵਾਈ ਜਿਹੜੀ ਹੈ ਇਹ ਰਾਜਜੀਤ ਸਿੰਘ ਤੱਕ ਤਾਂ ਠੀਕ ਹੈ, ਲੇਕਿਨ ਜਿਹੜੇ ਹੋਰ ਅਫਸਰ ਨੇ ਉਹ ਇਸ ਕੰਮ ਦੇ ਵਿੱਚ ਇਨਵੋਲਵ ਨਹੀਂ ਨੇ। ਇੱਕ ਨਿਲ ਰਿਪੋਰਟ ਪੰਜਾਬ ਦੇ DGP ਵੱਲੋਂ ਭੇਜੀ ਗਈ ਵਾਪਸ ਸਪੈਸ਼ਲ ਹੋਮ ਸੈਕਟਰੀ ਦੇ ਆਫਿਸ ਨੂੰ, ਯਾਨੀ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ DGP ਲਿਖ ਕੇ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜਾ 6ਵਾਂ ਦਰਿਆ ਵਗਦਾ ਪਿਆ ਹੈ ਉਹਨੂੰ ਹਵਲਦਾਰ ਤੇ ਥਾਣੇਦਾਰ ਲੈਵਲ ਦੇ ਪੱਧਰ ਦੇ ਅਧਿਕਾਰੀਆਂ ਨੇ ਹੀ ਸ਼ੁਰੂ ਕਰ ਰੱਖਿਆ ਹੈ। ਯਾਨੀ ਕਿ ਇਹੀ ਲੋਕ ਪੰਜਾਬ ਦੇ ਵਿੱਚ ਨਸ਼ੇ ਦੇ ਤਸਕਰਾਂ ਦੇ ਨਾਲ ਰਲਗੜ ਕਰਦੇ ਨੇ। ਉਤਲੇ ਪੱਧਰ ਦੇ ਜਿਹੜੇ ਅਫਸਰ ਅਧਿਕਾਰੀ ਪੰਜਾਬ ਦੇ ਪਿਛਲੇ ਕਈਆਂ ਸਾਲਾਂ ਦੌਰਾਨ ਰਹੇ ਨੇ ਉਹ ਪਾਕ ਸਾਫ ਨੇ, ਉਹਨਾਂ ਦੇ ਦਾਮਨ ਦੇ ਉੱਤੇ ਕੋਈ ਛਿੱਟੇ ਨਹੀਂ। ਇਹੀ ਗੱਲਾਂ ਬਾਤਾਂ ਤਾਂ 6 ਸਾਲ ਪਹਿਲਾਂ ਰਾਜਜੀਤ ਸਿੰਘ ਵੀ ਕਰਦਾ ਪਿਆ ਸੀ, ਲੇਕਿਨ ਜਦੋਂ ਪੜਤਾਲਾਂ ਹੋਈਆਂ, ਸਿੱਟਾਂ ਬੈਠੀਆਂ, ਕਿਸੇ ਨਾ ਕਿਸੇ ਸਿੱਟੇ ਤੱਕ ਤਾਂ ਉਹਨਾਂ ਨੇ ਗੱਲ ਨੂੰ ਪਹੁੰਚਾਇਆ। ਸੋ ਜੇ ਪੰਜਾਬ ਦੇ DGP ਇਸ ਵਕਤ ਪੰਜਾਬ ਦੀ ਸਮੁੱਚੀ ਜਿਹੜੇ ਸੀਨੀਅਰ ਅਧਿਕਾਰੀਆਂ ਦਾ ਭਾਈਚਾਰਾ ਹੀ ਮੈਂ ਕਹਾਂਗਾ ਉਸ ਨੂੰ ਇੱਕ ਕਲੀਨ ਚਿੱਟ ਦੇ ਰਹੇ ਨੇ ਤੇ ਕਹਿ ਰਹੇ ਨੇ ਕਿ ਨਿਲ ਰਿਪੋਰਟ ਮੈਂ ਦਿੰਨਾ ਹੈ, ਤੇ ਉਹ ਨਿਲ ਰਿਪੋਰਟ ਪੰਜਾਬ ਦੇ DGP ਉਸ ਵਕਤ ਦਿੰਦੇ ਨੇ ਜਦੋਂ ਕਿ ਆਪਾਂ DIG ਇੰਦਰਵੀਰ ਵਰਗੇ ਅਧਿਕਾਰੀ ਜੋ ਕਿ ਅੱਜ ਵੀ ਪੰਜਾਬ ਪੁਲਿਸ ਦੇ ਵਿੱਚ ਕਾਬਜ਼ ਹੈਗੇ ਨੇ, ਉਹਨਾਂ ਦੇ ਕੇਸਾਂ ਨੂੰ ਆਪਾਂ ਦੇਖ ਰਹੇ ਹਾਂ। ਰਾਜਜੀਤ ਸਿੰਘ ਦਾ ਕੇਸ ਸਾਹਮਣੇ, ਕਿਤੇ ਨਾ ਕਿਤੇ ਕੋਸ਼ਿਸ਼ ਇਹੀ ਹੈ ਕਿ ਇੰਦਰਜੀਤ ਤੇ ਰਾਜਜੀਤ ਸਿੰਘ ਤੋਂ ਜਿਹੜਾ ਸਿਲਸਿਲਾ ਸ਼ੁਰੂ ਹੋਇਆ, ਜੇ ਭਗਵੰਤ ਮਾਨ ਚਾਹ ਰਹੇ ਨੇ ਕਿ ਉਹ ਸਿਲਸਿਲਾ ਅੱਗੇ ਤੁਰੇ ਤਾਂ ਉਸ ਨੂੰ ਉੱਥੇ ਹੀ ਰੋਕਣ ਦੀਆਂ ਕੋਸ਼ਿਸ਼ਾਂ ਪੰਜਾਬ ਪੁਲਿਸ ਦਾ ਟੌਪ ਬਰਾਸ ਇਸ ਵਕਤ ਕਰਦਾ ਹੋਇਆ ਨਜ਼ਰ ਆ ਰਿਹਾ। ਤੇ ਵੈਸਟਡ ਇੰਟਰਸਟ, ਜਿਹੜਾ ਸਵਾਰਥ ਛੁਪਿਆ ਹੋਇਆ ਹੈ, ਜਿਹੜੇ ਵਿਅਕਤੀਗਤ ਹਿੱਤ ਲੋਕਾਂ ਦੇ ਜੁੜੇ ਹੋਏ ਨੇ, ਮੈਨੂੰ ਲੱਗਦਾ ਕਿ ਇਸ ਦੇ ਬਾਰੇ ਮੈਂ ਜ਼ਿਆਦਾ ਬੋਲਣਾ ਤਾਂ ਠੀਕ ਨਹੀਂ ਹੋਏਗਾ। ਕੁਝ ਚੀਜ਼ਾਂ ਦੇ ਅੰਦਾਜ਼ੇ ਤੁਸੀਂ ਖੁਦ ਲਗਾ ਸਕਦੇ ਹੋ। ਸਖਤ ਕਾਰਵਾਈਆਂ ਤੇ ਐਕਸ਼ਨ ਦਾ ਸੇਕ ਇਹਨਾਂ ਅਫਸਰਾਂ ਤੱਕ ਕੌਣ ਨਹੀਂ ਪਹੁੰਚਣ ਦੇਣਾ ਚਾਹੁੰਦਾ। ਅੱਜ ਇਸ ਬਾਰੇ ਪੰਜਾਬ ਸਰਕਾਰ ਨੂੰ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਇੱਕ ਅੰਤਮ ਫੈਸਲਾ ਲੈਣ ਦੀ ਲੋੜ ਹੈ। ਜਿਹੜੇ ਅਫਸਰ ਅਜਿਹੇ ਅਧਿਕਾਰੀਆਂ ਨੂੰ ਬਚਾਉਣਾ ਚਾਹੁੰਦੇ ਨੇ, ਜਿਹੜੀਆਂ ਤਾਕਤਵਰ ਲੌਬੀਜ਼ ਅਜਿਹੇ ਅਫਸਰਾਂ ਉੱਤੇ ਸਾਲਾਂ ਕਾਰਵਾਈ ਨਹੀਂ ਹੋਣ ਦਿੰਦੀਆਂ, ਅੱਜ ਉਹਨਾਂ ਨੂੰ ਪਬਲਿਕ ਦੇ ਵਿੱਚ ਐਕਸਪੋਜ਼ ਕਰਨ ਦੀ ਲੋੜ ਹੈ ਤੇ ਕਾਰਵਾਈਆਂ ਨੂੰ ਅੱਗੇ ਤੋਰਨ ਦੀ ਲੋੜ ਹੈ। ਲੌਜੀਕਲੀ ਇਨਵੈਸਟੀਗੇਸ਼ਨਸ ਨੂੰ ਅੱਗੇ ਤੋਰਨ ਦੀ ਲੋੜ ਹੈ। ਇੱਥੇ ਜਿੱਥੇ ਬੇਨਤੀ ਇੱਕ ਪਾਸੇ ਪੰਜਾਬ ਸਰਕਾਰ ਨੂੰ ਹੈ, ਉੱਥੇ ਪੰਜਾਬ ਦੇ DGP ਨੂੰ ਵੀ ਇਹ ਬੇਨਤੀ ਹੈ ਕਿ ਅਜਿਹੇ ਆਪਣੇ ਭਾਈਚਾਰੇ ਦੇ ਅਫਸਰਾਂ ਦੇ ਖਿਲਾਫ ਕੋਈ ਨਰਮ ਰਵੱਈਆ ਨਾ ਅਪਣਾਇਆ ਜਾਵੇ, ਇਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨਾ ਕੀਤੀਆਂ ਜਾਣ। ਭਾਈਚਾਰਾ ਬਾਅਦ ਦੇ ਵਿੱਚ ਹੈ, ਪਹਿਲਾਂ ਪੰਜਾਬ ਹੈ ਤੇ ਪਹਿਲਾਂ ਤੁਹਾਡੀ ਉਹ ਡਿਊਟੀ ਹੈ, ਤੁਹਾਡਾ ਉਹ ਫਰਜ਼ ਹੈ ਜਿਸ ਲਈ ਤੁਸੀਂ ਇਸ IPS ਦੇ ਵਿੱਚ, ਇਸ ਸਰਵਿਸ ਦੇ ਵਿੱਚ ਆਏ ਹੋ। ਸੋ ਇਸੇ ਨੋਟ ਦੇ ਉੱਤੇ ਮੈਂ ਅੱਜ ਇਸ ਰਿਪੋਰਟ ਨੂੰ ਜ਼ਿਆਦਾ ਅੱਗੇ ਨਾ ਤੋਰਦੇ ਹੋਏ ਇਸ ਉਮੀਦ ਤੇ ਕਿ ਰਾਜਜੀਤ ਸਿੰਘ ਵਰਗੇ ਅਫਸਰਾਂ ਦੇ ਖਿਲਾਫ ਕਾਰਵਾਈ ਵੀ ਹੋਏਗੀ ਤੇ ਸਿਰਫ ਸਰਕਾਰਾਂ ਤੇ ਪੁਲਿਸ ਮਹਿਕਮਿਆਂ ਦਾ ਕੰਮ ਨਹੀਂ ਕਾਰਵਾਈ ਕਰਨਾ, ਬਲਕਿ ਉਹਨਾਂ ਅਦਾਲਤਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਜਿਨ੍ਹਾਂ ਨੇ ਸਾਲਾਂ ਇਹਨਾਂ ਰਿਪੋਰਟਾਂ ਨੂੰ ਬੰਦ ਲਿਫਾਫਿਆਂ ਦੇ ਵਿੱਚ ਬੰਦ ਰੱਖਿਆ। ਜਦ ਤੱਕ ਜੱਜਾਂ ਦੇ ਉੱਤੇ ਵਿਅਕਤੀਗਤ ਇਲਜ਼ਾਮ ਨਹੀਂ ਲੱਗਣੇ ਸ਼ੁਰੂ ਹੋਏ ਤਦ ਤੱਕ ਇਹਨਾਂ ਰਿਪੋਰਟਾਂ ਨੂੰ ਇਹਨਾਂ ਲਿਫਾਫਿਆਂ ਚੋਂ ਕੱਢਿਆ ਨਹੀਂ ਗਿਆ ਤੇ ਅੱਜ ਵੀ ਉਹਨਾਂ ਹੀ ਅਦਾਲਤਾਂ ਦੇ ਸਿਸਟਮਸ ਦੇ ਜ਼ਰੀਏ ਇਹ ਲੋਕ ਮਦਦ ਹਾਸਲ ਕਰਨ ਦੀ ਜਾਂ ਰਾਹਤਾਂ ਲੈਣ ਦੀ ਫਿਰਾਕ ਦੇ ਵਿੱਚ ਹੈਗੇ ਨੇ। ਇਸੇ ਨੋਟ ਦੇ ਉੱਤੇ ਰਿਪੋਰਟ ਨੂੰ ਦਿੰਦਾ ਵਿਰਾਮ। ਬਹੁਤ ਧੰਨਵਾਦ। ਇਸ ਰਿਪੋਰਟ ਨੂੰ ਵੇਖਣ ਲਈ ਕੋਈ ਫੀਡਬੈਕ ਹੋਏ ਜ਼ਰੂਰ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਕਰੋ। ਥੈਂਕ ਯੂ ਸੋ ਮਚ ਫॉर ਵਾਚਿੰਗ।